ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਹਮ ਸਰ ਦੀਨ ਦਇਆਲ ਨ ਤੁਮ ਸਰ। ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ। ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਓ। ਰਮਈਆ ਕਾਰਨੇ ਕਾਰਨ ਕਵਨ ਅਬੋਲ। ਬਹੁਤ ਜਨਮ ਬਿਛਰੇ ਥੇ ਮਾਦੋ। ਇਹੋ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਭਇਓ ਦਰਸ਼ਨ ਦੇਖੇ। ਡੰਡੌਤ ਬੰਧਨ ਅਨਕ ਬਾਰ। ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਜਾਤ ਜਲਾਹਾ ਕਿਆ ਕਰੈ। ਹਿਰਦੈ ਬਸੇ ਗੋਪਾਲ। ਕਬੀਰ ਰਮਈਆ ਕੰਠ ਮਿਲ। ਚੁਕਹਿ ਸਰਬ ਜੰਜਾਲ। ਕਬੀਰ ਜਾਤ ਜਲਾਹਾ ਕਿਆ ਕਰੈ। ਹਿਰਦੈ ਬਸੇ ਗੋਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ। ਵਡਭਾਗੀ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਭਾਗ ਸਮਾਂ ਬਖਸ਼ਿਸ਼ ਕੀਤਾ। ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ। ਸੋਦਾ ਰਹਿਰਾਸ ਸਾਹਿਬ ਆਰਤੀ ਆਰਤਾ ਦੇ ਜਾਪ ਆਪ ਜੀ ਨੇ ਸ਼ਰਵਣ ਕੀਤੇ।
ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ ਦੇ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ, ਪਵਿੱਤਰ ਧੁਰ ਕੀ ਬਾਣੀ, ਜੋ ਭਗਤਾਂ ਦੇ ਮੁਖ ਰਾਹੀਂ ਸਾਡੇ ਤੱਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਪਾਵਨ ਬਾਣੀ ਨੂੰ ਇਕੱਤਰ ਕਰਦਿਆਂ ਰਾਗਾਂ ਦੇ ਵਿੱਚ ਤੇ ਜਿਹੜੇ ਰਾਗਾਂ ਤੋਂ ਵੱਖਰੇ ਸ਼ਲੋਕ ਸਨ, 1353 ਅੰਗ ਤੋਂ ਬਾਅਦ ਜਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਦਰਜ ਹੈ ਉਹ ਰਾਗ ਮੁਕਤ ਬਾਣੀ ਹੈ, ਰਾਗਾਂ ਦੇ ਵਿੱਚ ਨਹੀਂ ਹੈ। ਇਹਨਾਂ ਵਿੱਚ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਸਾਰੇ ਸ਼ਲੋਕ ਨੇ, ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ ਸਾਰੇ ਸ਼ਲੋਕ ਹਨ। ਗਾਥਾ ਫੁਨਹੇ ਤੇ ਚੌ ਬੋਲੇ ਇਹਨਾਂ ਦੇ ਵਿੱਚ ਵੀ ਸ਼ਲੋਕ ਹਨ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ, ਫਿਰ ਇਸੇ ਤਰ੍ਹਾਂ ਬਾਬਾ ਫਰੀਦ ਜੀ ਦੇ ਸ਼ਲੋਕ। ਇਸ ਤੋਂ ਉਪਰੰਤ ਭੱਟਾਂ ਦੇ ਸਵਈਏ ਪ੍ਰਾਰੰਭ ਹੁੰਦੇ ਹਨ 1385 ਅੰਗ ਤੋਂ। ਭੱਟਾਂ ਨੇ ਗੁਰੂ ਸਾਹਿਬਾਨ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਉਹਨਾਂ ਨੇ ਬਾਖੂਬੀ ਕੀਤੀ। ਉਹਨਾਂ ਨੂੰ ਹੀ ਪਰਮੇਸ਼ਰ ਸਰੂਪ ਜਾਣਦਿਆਂ ਹੋਇਆਂ ਉਹ ਪਾਵਨ ਭੱਟਾਂ ਦੀ ਬਾਣੀ ਅੰਕਿਤ ਹੈ। ਉਸ ਤੋਂ ਬਾਅਦ ਵਾਰਾਂ ਤੇ ਵਧੀਕ ਮਹੱਲਾ ਪਹਿਲਾ, ਵਾਰਾਂ ਤੇ ਵਧੀਕ ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾ, ਫਿਰ ਭੋਗ ਦੇ ਸ਼ਲੋਕ ਮਹੱਲਾ ਨਾਵਾਂ, ਫਿਰ ਮੁੰਦਾਵਣੀ ਤੇ ਰਾਗਮਾਲਾ। ਇਉਂ ਇਹ ਰਾਗ ਮੁਕਤ ਬਾਣੀ ਹੈ। ਤੇ ਇਸ ਹਿੱਸੇ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਹਨ, ਜਿਨ੍ਹਾਂ ਦੀ ਵਿਚਾਰ ਆਪਾਂ ਪਿੱਛੇ ਕਈ ਦਿਨਾਂ ਤੋਂ ਕਰਦੇ ਆ ਰਹੇ ਹਾਂ। ਹੁਣ ਤੱਕ ਆਪਾਂ 80 ਸ਼ਲੋਕਾਂ ਦੀ ਵਿਚਾਰ ਪਿੱਛੇ ਕਰ ਆਏ ਹਾਂ। ਅੱਜ ਦਾ ਜੋ ਪਹਿਲਾ ਸ਼ਲੋਕ ਹੈ, ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ ਨਾ ਜਾਏ। ਇਸ ਤੋਂ ਅਗਲਾ ਸ਼ਲੋਕ, ਕਬੀਰ ਜਾਤ ਜਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ। ਪਹਿਲੇ ਸ਼ਲੋਕ ਦੇ ਵਿੱਚ ਪਰਮਾਤਮਾ ਦੀ ਬੇਅੰਤਤਾ ਨੂੰ ਬਿਆਨ ਕਰ ਰਹੇ ਨੇ ਕਿ ਉਹ ਵਾਹਿਗੁਰੂ ਬੜਾ ਵੱਡਾ ਹੈ। ਏਕ ਜੀਹ ਕਿਆ ਬਖਾਨੈ, ਹਾਂ ਕੇ ਬਲ ਬਲ ਸਦ ਬਲਿਹਾਰ। ਕਹਿੰਦੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਜੇ ਮਹਿਮਾ ਕਰਨੀ ਹੈ ਤੇ ਫਿਰ ਇਸ ਇੱਕ ਜ਼ੁਬਾਨ ਦੇ ਨਾਲ ਉਹਦੀ ਮਹਿਮਾ ਕਥਨ ਕਰਨੀ ਬੜੀ ਔਖੀ ਹੈ, ਕਿਉਂਕਿ ਉਸ ਤੋਂ ਤਾਂ ਬਲਿਹਾਰ ਹੀ ਜਾਇਆ ਜਾ ਸਕਦਾ ਹੈ। ਉਹ ਬੜਾ ਵੱਡਾ ਹੈ, ਉਹ ਬੇਅੰਤ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਵੇਖਣ ਵਿੱਚ ਵੀ ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਜੇਕਰ ਸੁਣਨ ਦੀ ਗੱਲ ਕੀਤੀ ਜਾਵੇ, ਸੁਣ ਕੇ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਸਿਫਤੀ, ਉਹਦੀਆਂ ਸਿਫਤਾਂ ਕਿੰਨੀਆਂ ਕੁ ਕੀਤੀਆਂ ਜਾਣ ਤਾਂ ਵੀ ਅੰਤ ਨਹੀਂ ਹੋ ਸਕਦਾ। ਉਹ ਬੇਅੰਤ ਹੈ। ਜਾਪ ਸਾਹਿਬ ਦੇ ਆਰੰਭ ਦੇ ਵਿੱਚ ਪਹਿਲਾ ਛੰਦ ਆਪਾਂ ਪੜ੍ਹਦੇ ਹਾਂ, ਉੱਥੇ ਪਰਮਾਤਮਾ ਦੇ ਇਸੇ ਸਰੂਪ ਨੂੰ ਬਿਆਨ ਕੀਤਾ ਗਿਆ ਹੈ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਅਮਿਤੋਜ, ਇੰਨਾ ਕੋ ਬਲ ਉਸ ਵਿੱਚ ਹੈ ਕਿ ਉਹਨੂੰ ਮਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਕੋਈ ਪੈਮਾਨਾ ਹੈ ਹੀ ਨਹੀਂ। ਅਮਿਤੋਜ ਕਹੀਜੈ, ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਤ੍ਰਿਭਵਨ ਮਹੀਪ, ਤਿੰਨਾਂ ਭਵਨਾਂ ਦੇ ਜਿਹੜੇ ਮਾਲਕ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਦੇਵਤੇ ਦੈਂਤ ਮਨੁੱਖ, ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ।
ਕਿਣਕੇ ਤੋਂ ਲੈ ਕੇ ਜੰਗਲ, ਟੋਟਲ ਬਨਸਪਤੀ, हे ਵਾਹਿਗੁਰੂ ਸਾਰੇ ਤੈਨੂੰ ਬੇਅੰਤ 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 ਕਹਿ ਰਹੇ ਹਨ। ਤਵੈ ਸਰਬ ਨਾਮ ਕਥੈ ਕਵਨ, ਸਾਰੇ ਨਾਮ ਤੇਰੇ ਨੇ, ਕਿਹੜਾ ਨਾਮ ਤੇਰਾ ਲਿਆ ਜਾਵੇ। ਹਾਂ ਇੱਕ ਹੈ ਸਤਨਾਮ ਤੇਰਾ ਪਰਾਪੁਰਬਲਾ, ਤੂੰ ਸੱਚਾ ਹੈ, ਤੇਰਾ ਸਤਨਾਮ ਹਮੇਸ਼ਾ ਰਹਿਣ ਵਾਲਾ ਹੈ, ਪਰਾਪੁਰਬਲਾ ਹੈ, ਬਹੁਤ ਪੁਰਾਣਾ ਹੈ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। हे ਵਾਹਿਗੁਰੂ ਤੂੰ ਬੇਅੰਤ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹਦੀ ਪਾਵਨ ਬਾਣੀ ਅੰਦਰ ਉਸ ਪਰਮਾਤਮਾ ਦੀ ਬੇਅੰਤਤਾ ਨੂੰ ਬੜੀ ਵਾਰ ਬਿਆਨਿਆ ਗਿਆ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਜੇ ਉਸ ਵਾਹਿਗੁਰੂ ਦੀ ਸਿਫਤ ਲਿਖਣੀ ਹੋਵੇ, ਸੱਤਾਂ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਈ ਜਾਵੇ, ਤੇ ਜਿੰਨਾ ਧਰਤੀ ਦੇ ਉੱਪਰ ਜੰਗਲ ਹੈ, ਬਨਸਪਤੀ ਹੈ, ਇਹਨੂੰ ਵੱਢ ਕੇ ਇਹਦੀ ਕਲਮ ਬਣਾ ਲਈ ਜਾਵੇ, ਸਾਰੇ ਸਮੁੰਦਰ ਦੇ ਪਾਣੀ ਦੀ ਸਿਆਹੀ ਤੇ ਜਿੰਨੀ ਵੀ ਬਨਸਪਤੀ, ਲੱਕੜ ਹੈ, ਬਨ ਰਾਏ ਹੈ, ਜੰਗਲ ਹੈ, ਇਹਨੂੰ ਕੱਟ ਕੇ ਕਲਮਾਂ ਘੜ ਲਈਆਂ ਜਾਣ। ਤੇ ਅਗਲੀ ਪੰਕਤੀ ਵਿੱਚ ਦੱਸਦੇ ਹਨ, ਕਬੀਰ ਰਮਈਆ ਕੰਠ ਮਿਲ ਚੁੱਕ ਹੈ ਸਰਬ ਜੰਜਾਲ। ਬਸਦਾ ਕਾਗਦ ਜੋ ਮਿਲੋ, ਬਸਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਕਹਿਣ ਲੱਗੇ ਸਮੁੰਦਰ ਦੇ ਪਾਣੀ ਦੀ ਸਿਆਹੀ ਤੇ ਸਾਰੇ ਜੰਗਲ ਨੂੰ ਕੱਟ ਕੇ ਕਲਮ ਬਣਾ ਲਈ ਜਾਵੇ। ਬਸਦਾ ਕਾਗਦ ਜੋ ਕਰੋ, ਤੇ ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ ਕਿ ਧਰਤੀ ਕਾਗਜ਼ ਦਾ ਰੂਪ ਹੈ। ਜੰਗਲ ਦੀਆਂ ਲੱਕੜਾਂ ਦੇ ਨਾਲ ਇਹ ਕਲਮਾਂ ਹਨ, ਸਮੁੰਦਰ ਦਾ ਪਾਣੀ ਸਿਆਹੀ ਹੈ, ਇਹਦੇ ਨਾਲ ਵਾਹਿਗੁਰੂ ਦਾ ਜਸ ਧਰਤੀ ਰੂਪ ਕਾਗਜ਼ ਉੱਪਰ ਲਿਖਿਆ ਜਾਵੇ। ਕਹਿਣ ਲੱਗੇ ਵਾਹਿਗੁਰੂ ਦੀ ਵਡਿਆਈ ਇੰਨੀ ਕੁ ਜ਼ਿਆਦੀ ਹੈ, ਇੰਨਾ ਕੁਝ, ਕਿਉਂਕਿ ਧਰਤੀ ਦਾ ਕਿਸੇ ਨੇ ਅੰਤ ਨਹੀਂ ਪਾਇਆ, ਤੇ ਇਸ ਧਰਤੀ ਦੇ ਉੱਪਰ ਫੈਲਿਆ ਹੋਇਆ ਜੰਗਲ ਕਿਸੇ ਨੇ ਨਹੀਂ ਦੇਖਿਆ ਕਿ ਕਿੱਥੋਂ ਤੱਕ ਹੈ, ਕੋਈ ਅੰਤ ਨਹੀਂ। ਸਮੁੰਦਰ ਦੇ ਪਾਣੀ ਦਾ ਕੋਈ ਅੰਤ ਨਹੀਂ ਕਿ ਕਿੰਨਾ ਕੁ ਪਾਣੀ ਹੈ, ਕਿੱਥੋਂ ਤੱਕ ਉਹਦੀ ਤਹਿ ਹੈ। ਕਬੀਰ ਸਾਹਿਬ ਕਹਿਣ ਲੱਗੇ ਇਹ ਜਿੰਨੇ ਪਦਾਰਥ ਨੇ ਇਹ ਆਪਣੇ ਆਪ ਦੇ ਵਿੱਚ ਅਮਿਟ ਨੇ, ਆਪਣੇ ਆਪ ਦੇ ਵਿੱਚ ਅਗਣਤ ਨੇ, ਇਹਨਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਕਹਿਣ ਲੱਗੇ ਜੇਕਰ ਇਹਨਾਂ ਨੂੰ ਵੀ ਇੱਕ ਸੰਚੇ ਦੇ ਵਿੱਚ ਪਾ ਕਰਕੇ ਪਰਮਾਤਮਾ ਦੀ ਸਿਫਤ ਲਿਖੀ ਜਾਵੇ, ਤੇ ਕਹਿਣ ਲੱਗੇ ਇਹ ਸਿਆਹੀ ਮੁੱਕ ਸਕਦੀ ਹੈ। ਇਹ ਜਿਹੜੀਆਂ ਜੰਗਲ ਨੂੰ ਕੱਟ ਕੇ ਕਲਮਾਂ ਬਣਾਈਆਂ ਗਈਆਂ ਉਹ ਖਤਮ ਹੋ ਸਕਦੀਆਂ ਨੇ। ਜਿੰਨੀ ਵੀ ਧਰਤੀ ਹੈ, ਧਰਤੀ ਦੇ ਉੱਪਰ ਪਰਮਾਤਮਾ ਦੀ ਸਿਫਤ ਲਿਖੀ ਜਾਵੇ, ਕਹਿਣ ਲੱਗੇ ਇਹ ਧਰਤੀ ਵੀ ਖਤਮ ਹੋ ਜਾਵੇਗੀ, ਪਰ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ, ਜਿਹੜੀ ਵਡਿਆਈ ਹੈ ਉਹ ਖਤਮ ਨਹੀਂ ਹੋਵੇਗੀ। ਕਬੀਰ ਜਾਤ ਜਲਾਹਾ ਕਿਆ ਕਰੈ, ਹਿਰਦੈ ਬਸੇ ਗੋਪਾਲ। ਕਬੀਰ ਰਮਈਆ ਕੰਠ ਮਿਲ ਚੁੱਕ ਹੈ ਸਰਬ ਜੰਜਾਲ। ਕਬੀਰ ਜਾਤ ਜੁਲਾਹਾ ਕਿਆ ਕਰੈ। ਸਨਾਤਨ ਮਤ ਵਿੱਚ 4 ਵਰਣ ਤੇ 4 ਆਸ਼ਰਮਾਂ ਦੀ ਜਿਹੜੀ ਵੰਡ ਹੈ, ਉਸ ਨੇ ਸਮਾਜ ਨੂੰ ਖਾਸ ਕਰਕੇ ਜਾਤੀ ਭੇਦ ਕਰਕੇ, ਕਿਉਂਕਿ ਆਸ਼ਰਮ ਇੱਕ ਵੱਖਰਾ ਵਿਸ਼ਾ ਹੈ, ਵਰਨ ਵੱਖਰਾ ਵਿਸ਼ਾ ਹੈ। ਵਰਨ ਖੱਤਰੀ, ਬ੍ਰਾਹਮਣ, ਸੂਦ ਤੇ ਵੈਸ, ਤੇ ਇਹਦੇ ਵਿੱਚ ਜਿਹੜੀ ਵੰਡ ਪਾਈ ਗਈ ਉਹ ਵੰਡ ਕਿ ਕੌਣ ਵੇਦਾਂ ਨੂੰ ਸੁਣ ਸਕਦਾ ਹੈ, ਕੌਣ ਪੜ੍ਹ ਸਕਦਾ ਹੈ, ਕੌਣ ਕੀ ਕਰਮ ਕਰ ਸਕਦਾ ਹੈ। ਸ਼ੂਦਰਾਂ ਨੂੰ ਇਹ ਹੁਕਮ ਨਹੀਂ ਸੀ ਕਿ ਉਹ ਵੇਦਾਂ ਨੂੰ ਪੜ੍ਹੇ, ਪੜ੍ਹਨਾ ਤੇ ਦੂਰ ਦੀ ਗੱਲ, ਉਹ ਵੇਦਾਂ ਦੀ ਬਾਣੀ ਨੂੰ ਸੁਣ ਵੀ ਨਹੀਂ ਸਕਦੇ ਸਨ। ਜੇ ਕਿਤੇ ਭੁੱਲ ਭੁਲੇਖੇ ਵੇਦਾਂ ਦੀ ਬਾਣੀ ਉਹਨਾਂ ਦੇ ਕੰਨਾਂ ਵਿੱਚ ਪੈ ਜਾਂਦੀ ਤਾਂ ਉਹਨਾਂ ਦੇ ਕੰਨਾਂ ਵਿੱਚ ਛਿੱਕਾ ਢਾਲ ਦਿੱਤਾ ਜਾਂਦਾ, ਉਹਨਾਂ ਦੇ ਕੰਨਾਂ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਜਾਂਦਾ ਸੀ ਕਿ ਅੱਜ ਤੋਂ ਬਾਅਦ ਇਹ ਪਵਿੱਤਰ ਬਾਣੀ ਨੂੰ, ਜੋ ਵੇਦਾਂ ਦੇ ਬੋਲ ਨੇ, ਉਹਨਾਂ ਨੂੰ ਸੁਣ ਨਾ ਸਕਣ। ਪਰ ਧੰਨ ਹਨ
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਦਾ ਉਪਦੇਸ਼ ਹੀ ਇਹੋ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਸਾਰਿਆਂ ਨੂੰ ਸਾਂਝਾ ਉਪਦੇਸ਼ ਹੈ, ਕੋਈ ਜਾਤ ਕਰਕੇ ਵਿਤਕਰਾ ਨਹੀਂ, ਕੋਈ ਭੇਦ ਕਰਕੇ, ਕੋਈ ਰੰਗ ਕਰਕੇ, ਕਿਸੇ ਤਰ੍ਹਾਂ ਦਾ ਕੋਈ ਵਖਰੇਵਾ ਨਹੀਂ। ਜਿਨ੍ਹਾਂ ਦੀ ਬਾਣੀ ਗੁਰੂ ਆਸ਼ੇ ਅਨੁਸਾਰ ਸੀ, ਉਹ ਸਾਰੇ ਭਗਤਾਂ ਸੰਤਾਂ ਮਹੰਤਾਂ ਦੀ ਬਾਣੀ ਨੂੰ ਪਾਵਨ ਗ੍ਰੰਥ ਸਾਹਿਬ ਅੰਦਰ ਦਰਜ ਕੀਤਾ। ਜਦੋਂ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾ ਰਹੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ, 4 ਭਗਤ ਚੱਲ ਕੇ ਆਏ ਸਨ। ਆਪ ਜੀ ਨੇ ਸੁਣਿਆ ਹੋਵੇਗਾ, ਛੱਜੂ, ਕਾਨਾ, ਪੀਲੂ ਤੇ ਸ਼ਾਹ ਹੁਸੈਨ। ਹਾਲਾਂਕਿ ਇਹ ਉਸ ਸਮੇਂ ਦੇ ਇਹ ਚੰਗੇ ਰਾਈਟਰ ਹੋਏ ਨੇ। ਸ਼ਾਹ ਹੁਸੈਨ ਦੀਆਂ ਰਚਨਾਵਾਂ ਅੱਜ ਵੀ ਪੰਜਾਬੀ ਸਾਹਿਤ ਵਿੱਚ ਪੜ੍ਹੀਆਂ ਜਾਂਦੀਆਂ ਨੇ, ਸੁਣੀਆਂ ਜਾਂਦੀਆਂ ਨੇ। ਇਹ ਚਾਰੇ ਚੱਲ ਕੇ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਆਏ ਕਿ ਸਾਨੂੰ ਪਤਾ ਲੱਗਾ ਤੁਸੀਂ ਭਗਤਾਂ ਦੀ ਬਾਣੀ ਨੂੰ ਅੰਕਿਤ ਕਰ ਰਹੇ ਹੋ, ਅਸੀਂ ਵੀ ਭਗਤਾਂ, ਸਾਡੀ ਵੀ ਬਾਣੀ ਨੂੰ ਅੰਕਿਤ ਕਰੋ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਜੀ ਆਇਆਂ ਨੂੰ, ਤੁਸੀਂ ਆਪਣੀ ਬਾਣੀ ਸੁਣਾਓ। ਜਦੋਂ ਇਹਨਾਂ ਨੇ ਬਾਣੀ ਸੁਣਾਈ, ਕੋਈ ਵੀ ਕਿਸੇ ਵੀ ਭਗਤ ਦੀ ਜਿਹੜੀ ਰਚਨਾ ਸੀ ਉਹ ਗੁਰੂ ਆਸ਼ੇ ਅਨੁਸਾਰ, ਅਨੁਕੂਲ, ਗੁਰੂ ਦੇ ਸੰਚੇ ਅਨੁਸਾਰ ਉਸ ਸੰਚੇ ਦੇ ਵਿੱਚ ਢਲ ਨਾ ਸਕੀ। ਜੋ ਉਹਨਾਂ ਦਾ ਉਪਦੇਸ਼ ਸੀ ਕਿ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕੋਈ ਭਗਤ ਕਹਿ ਰਿਹਾ ਹੈ ਕਿ ਮਨੁੱਖਾ ਜਨਮ ਹੀ ਬੜਾ ਮਾੜਾ ਹੈ, ਇੱਥੇ ਜਨਮ ਲੈਣ ਤੋਂ ਪਹਿਲਾਂ ਹੀ ਜਿਹੜਾ ਹੈ ਇਸ ਮਨੁੱਖ ਨੂੰ ਮਾਰ ਦਿੱਤਾ ਜਾਵੇ। ਕੋਈ ਕਹਿ ਰਿਹਾ ਕਿ ਇਸਤਰੀ ਬੜੀ ਮਾੜੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੁਹਾਡੇ ਵਿੱਚ ਠੀਕ ਹੈ, ਤੁਹਾਨੂੰ ਗੁਣ ਹੈ, ਤੁਸੀਂ ਲਿਖ ਰਹੇ ਹੋ ਰਚਨਾਵਾਂ, ਪਰ ਤੁਹਾਡੇ ਵਿੱਚ ਅਧਿਆਤਮਕਤਾ ਦਾ ਉਹ ਕਣ ਨਹੀਂ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਿਸ਼ਨ ਹੈ। ਮਹਾਰਾਜ ਜੀ ਨੇ ਉਹਨਾਂ ਦੀ ਬਾਣੀ ਨੂੰ ਅੰਕਿਤ ਨਹੀਂ ਕੀਤਾ। ਹਾਲਾਂਕਿ ਭਗਤ ਨਾਮਦੇਵ, ਭਗਤ ਕਬੀਰ, ਭਗਤ ਸੈਣ, ਇੱਥੋਂ ਤੱਕ ਕਿ ਭਗਤ ਜੈਦੇਵ ਦੀ ਬਾਣੀ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਭਗਤ ਜੈਦੇਵ ਤੇ ਭਗਤ ਨਾਮਦੇਵ ਜੀ ਮਰਾਠੇ ਇਲਾਕੇ ਦੇ ਵਿੱਚੋਂ ਨੇ। ਹੁਣ ਮਰਾਠੀ ਬੋਲੀ ਉਸ ਵੇਲੇ ਉਹ ਭਗਤਾਂ ਦੀ ਬਾਣੀ ਨੂੰ ਮਹਾਰਾਜ ਜੀ ਨੇ ਇਕੱਤਰ ਕੀਤਾ ਤੇ ਗੁਰਮੁਖੀ ਲਿਪੀ ਦੇ ਵਿੱਚ ਉਸ ਬਾਣੀ ਨੂੰ ਸੰਪਾਦਿਤ ਕੀਤਾ। ਹੁਣ ਭਗਤ ਕਬੀਰ ਸਾਹਿਬ ਕਹਿਣ ਲੱਗੇ ਦੁਨੀਆ ਦੇ ਲੋਕੋ, ਇਹ ਨਾ ਦੇਖੋ ਕਿ ਮੇਰੀ ਜਾਤ ਕੀ ਹੈ, ਕਿਉਂਕਿ ਭਗਤ ਸਾਹਿਬ ਕਹਿੰਦੇ ਨੇ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਹ ਜਾਤ ਕੋ ਜਿਹ ਜਪਿਓ ਸਿਰਜਨਹਾਰ। ਮੈਂ ਬਲਿਹਾਰ ਜਾਨਾ ਹਾਂ ਕਿ ਮੈਂ ਇਸ ਜਾਤ ਵਿੱਚ ਪੈਦਾ ਹੋਇਆ ਤੇ ਮੈਂ ਉਸ ਪਰਮਾਤਮਾ ਦੀ ਬੰਦਗੀ ਕਰਨ ਵਿੱਚ ਜੁੜਿਆ। ਭਗਤ ਰਵਿਦਾਸ ਜੀ ਦੀ ਰਚਨਾ ਪੜ੍ਹੋ, ਉਹ ਵਾਰ-ਵਾਰ ਆਪਣੀ ਰਚਨਾ ਦੇ ਵਿੱਚ ਹੀਨ ਭਾਵਨਾ ਨਾਲ ਨਹੀਂ, ਉਹ ਬੜੇ ਫਖਰ ਨਾਲ ਕਹਿ ਰਹੇ ਨੇ ਕਿ ਮੈਂ ਚਮਿਆਰ ਹਾਂ, ਚਮਿਆਰ ਦੇ ਘਰ ਪੈਦਾ ਹੋਇਆ, ਪਰ ਮੈਂ ਉਸ ਪਰਮਾਤਮਾ ਦੀ ਭਗਤੀ ਕਰਕੇ ਇਹਨਾਂ ਜਾਤੀ ਭੇਤਾਂ ਤੋਂ ਕਿਤੇ ਉੱਪਰ ਉੱਠ ਗਿਆ। ਕਹੋ ਰਵਿਦਾਸ ਚਮਾਰਾ। ਜਿੰਨੇ ਵੀ ਸ਼ਬਦ ਪੜ੍ਹੋਗੇ ਭਗਤ ਰਵਿਦਾਸ ਜੀ ਹੁਣਾਂ ਦੇ, ਉਹਨਾਂ ਨੇ ਇਹ ਸ਼ਬਦ ਵਰਤਿਆ। ਕਬੀਰ ਸਾਹਿਬ ਕਹਿਣ ਲੱਗੇ, ਜਾਤ ਜੁਲਾਹਾ ਕਿਆ ਕਰੈ, ਹਿਰਦੈ ਬਸੇ ਗੋਪਾਲ। ਕਹਿਣ ਲੱਗੇ ਜੇ ਤੁਹਾਡੇ ਹਿਰਦੇ ਦੇ ਵਿੱਚ ਅੰਦਰ ਪਰਮਾਤਮਾ ਵਸਿਆ ਹੋਇਆ ਹੈ ਤੇ ਉੱਥੇ ਫਿਰ ਜਾਤੀਆਂ ਦੇ ਜਿਹੜੇ ਭੇਦ ਭਾਵ ਨੇ ਉਹ ਖਤਮ ਹੋ ਜਾਂਦੇ ਹਨ। ਕਬੀਰ ਰਮਈਆ ਕੰਠ ਮਿਲ ਚੁੱਕ ਹੈ ਸਰਬ ਜੰਜਾਲ। ਸਰਬ ਜੰਜਾਲ, ਜਿੰਨੇ ਵੀ ਜੰਜਾਲ ਸਾਨੂੰ ਪਏ ਹੋਏ ਨੇ, ਸੰਸਾਰ ਦੇ ਝਮੇਲੇ ਪਏ ਹੋਏ ਨੇ, ਅਸੀਂ ਫਸੇ ਹੋਏ ਹਾਂ। ਕਹਿਣ ਲੱਗੇ ਜੇ ਰਮਈਆ ਕੰਠ ਮਿਲ, ਉਹ ਵਾਹਿਗੁਰੂ ਸਾਡੇ ਗਲ ਦੇ ਵਿੱਚ ਭਾਵ ਕਿ ਉਹ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਵਾਰ-ਵਾਰ ਰਸਨਾ ਦੇ ਨਾਲ ਉਚਾਰਨ ਕਰਦਿਆਂ ਕੰਠ ਤੋਂ ਫਿਰ ਉਹ ਹਿਰਦੇ ਦੇ ਵਿੱਚ ਤੇ ਹਿਰਦੇ ਦੇ ਵਿੱਚੋਂ ਫਿਰ ਉਹ ਨਾਭੀ ਤੱਕ ਪਹੁੰਚ ਜਾਂਦਾ ਹੈ। ਭਾਵ ਗੁਰਮੁਖ ਰੋਮ ਰੋਮ ਹਰਿ ਧਿਆਏ। ਜਦੋਂ ਵਾਹਿਗੁਰੂ ਦੇ ਨਾਮ ਦੇ ਨਾਲ ਜੀਵ ਜੁੜ ਗਿਆ, ਉਦੋਂ ਜਾਤੀ ਭੇਦ ਸਾਰੇ ਖਤਮ ਹੋ ਗਏ, ਸਾਰੇ ਜੰਜਾਲ ਖਤਮ ਹੋ ਗਏ। ਜਦੋਂ ਵਾਹਿਗੁਰੂ ਦਾ ਨਾਮ ਗਲੇ ਦੇ ਵਿੱਚ ਹਿਰਦੇ ਦੇ ਵਿੱਚ ਵਸ ਗਿਆ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਕਹਿਣ ਲੱਗੇ ਐਸਾ
ਕੋਈ ਵੀ ਮਨੁੱਖ ਸੰਸਾਰ ਤੇ ਨਹੀਂ ਹੈ ਜੋ ਮੰਦਰ ਦੇ ਜਰਾਏ। ਮੰਦਰ ਦਾ ਅਰਥ ਪਾਵਨ ਗ੍ਰੰਥ ਸਾਹਿਬ ਜੀ ਅੰਦਰ ਇੱਕ ਤੇ ਆਪਣੇ ਘਰ ਤੋਂ ਲਿਆ, ਜਿਹੜਾ ਜਿਸ ਘਰ ਦੇ ਵਿੱਚ ਆਪਾਂ ਰਹਿੰਦੇ ਹਾਂ। ਦੂਸਰਾ ਮੰਦਰ ਦਾ ਅਰਥ ਲਿਆ ਸਾਡੇ ਸਰੀਰ ਤੋਂ। ਕਹਿਣ ਲੱਗੇ ਐਸਾ ਕੋਈ ਵੀ ਨਹੀਂ ਹੈ ਜੋ ਆਪਣੇ ਘਰ ਨੂੰ ਸਾੜ ਦੇਵੇ, ਪ੍ਰਤੱਖ ਸੰਸਾਰੀ ਘਰ ਨੂੰ। ਪਾਂਚੋ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਏ। ਔਰ ਸਿੱਧਾ ਅਰਥ ਇਹ ਹੈ ਕਿ ਸੰਸਾਰੀ ਘਰ ਨੂੰ ਸਾੜ ਦੇਵੇ ਤੇ ਆਪਣੇ ਲੜਕਿਆਂ ਨੂੰ ਮਾਰ ਦੇਵੇ, ਐਸਾ ਕੋਈ ਵੀ ਸੰਸਾਰ ਤੇ ਨਹੀਂ ਹੈ। ਪਰ ਜੋ ਅੰਤਰੀਵੀ ਅਰਥ ਹੈ, ਜੋ ਢੁਕਵਾਂ ਅਰਥ ਇੱਥੇ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ, ਕਹਿਣ ਲੱਗੇ ਇਸ ਸੰਸਾਰ ਤੇ ਐਸਾ ਕੋਈ ਵਿਰਲਾ ਮਨੁੱਖ ਹੈ ਜੋ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ, ਤ੍ਰਿਸ਼ਨਾਵਾਂ ਨੂੰ ਤੇ ਜਿੰਨੀਆਂ ਵੀ ਇੱਛਾਵਾਂ ਨੇ ਉਹਨਾਂ ਨੂੰ ਸੰਸਾਰ ਵਾਲੇ ਪਾਸਿਆਂ ਤੋਂ ਮਾਰ ਦੇਵੇ। ਭਾਵ ਕਿ ਇਹ ਮਨ ਸੰਸਾਰ ਦੀਆਂ ਲੁਭਾਵਣੀਆਂ ਚੀਜ਼ਾਂ ਦੇ ਉੱਪਰ ਲੁਭਾਏਮਾਨ ਨਾ ਹੋਵੇ। ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਨੇ, ਐਸੀ ਹੋਏ ਪਰੀ ਮਨ ਕੋ ਭਾਵਤ ਕੀਨ। ਕਹਿਣ ਲੱਗੇ ਉਹ ਸਾਧੂ ਨੂੰ ਸਿੱਖਿਆ ਦੇ ਰਹੇ ਨੇ ਕਿ ਸਾਧੂ ਤੂੰ ਸਾਰਾ ਕੁਝ ਤਿਆਗ ਕੇ ਸੰਸਾਰ ਨੂੰ ਛੱਡ ਕੇ ਉਸ ਪਰਮਾਤਮਾ ਦੇ ਰਾਹ ਚੱਲਿਆ ਸਾਂ, ਪਰ ਤੇਰੀਆਂ ਅੱਖਾਂ ਨੇ ਇਸ ਸੰਸਾਰ ਦੇ ਲੁਭਾਵਣੀਆਂ ਵਸਤੂਆਂ ਨੂੰ ਦੇਖ ਕਰਕੇ ਤੇਰਾ ਮਨ ਫਿਰ ਇਸ ਸੰਸਾਰ ਦੇ ਵਿੱਚ ਦੌੜ ਗਿਆ। ਕਹਿਣ ਲੱਗੇ ਇਹ ਰਾਹ ਬੜਾ ਔਖਾ ਹੈ ਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਮਹਾਰਾਜ ਜੀ ਕਹਿੰਦੇ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ। ਕੋਈ ਵਿਰਲਾ ਹੈ ਜੋ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਦਾ ਹੈ। ਕਬੀਰ ਸਾਹਿਬ ਕਹਿਣ ਲੱਗੇ ਐਸਾ ਕੋਈ ਵਿਰਲਾ ਹੈ, ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਆਪਣੇ ਇਸ ਸਰੀਰ ਨੂੰ, ਆਪਣੇ ਅੰਤਸ਼ਕਰਨ ਨੂੰ, ਆਪਣੇ ਸੂਖਮ ਸਰੀਰ ਦੀ ਭਾਲ ਦੇ ਵਿੱਚ ਇਹਦੀਆਂ ਜਿਹੜੀਆਂ ਆਸ਼ਾਵਾਂ, ਇੱਛਾਵਾਂ, ਤ੍ਰਿਸ਼ਨਾਵਾਂ ਜਿਹੜੀਆਂ ਨੇ, ਵਾਸ਼ਨਾਵਾਂ ਨੇ, ਉਹਨਾਂ ਨੂੰ ਸਾੜ ਦੇਵੇ। ਪਾਂਚੋ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਏ। ਪਾਂਚੋਂ ਲੜਕੇ ਕਿਹੜੇ ਹੈ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਕਹਿਣ ਲੱਗੇ ਇਹਨਾਂ ਪੰਜਾਂ ਨੂੰ ਮਾਰ ਕੇ, ਕਿਉਂਕਿ ਸਭ ਤੋਂ ਵੱਡੇ ਨੇ, ਇਹ ਬਲੀ ਨੇ। ਕਾਮ ਦਾ ਜ਼ਿਕਰ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਪੰਜਾਂ ਬਾਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਾਣੀ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ ਦੇ ਵਿੱਚ ਬੜੇ ਵਿਸਥਾਰ ਨਾਲ ਇਹਨਾਂ ਦਾ ਜ਼ਿਕਰ ਕੀਤਾ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ। ਹੇ ਲੋਭ ਨੂੰ ਕਹਿ ਰਹੇ ਨੇ ਕਿ ਤੂੰ ਬਹੁਤ ਵੱਡਾ ਹੈ। ਲੋਭਾ ਲੰਪਟ ਸੰਗ ਸਿਰ ਮੋਰ ਹੈ। ਅਨਕ ਭਾਤ ਬਹੁ ਡੋਲ ਤੇ ਬੜੇ ਕਲੋਲ ਇਹ ਕਰਦਾ ਹੈ। ਇਹ ਆਪਣੇ ਮਿੱਤਰ ਗਣਾਂ ਨੂੰ, ਆਪਣੇ ਸਕਿਆਂ ਨੂੰ ਵੀ ਲੁੱਟ ਲੈਂਦਾ ਹੈ। ਇਸੇ ਤਰ੍ਹਾਂ ਕਾਮ ਦੀ ਗੱਲ ਕੀਤੀ, ਕ੍ਰੋਧ ਦੀ ਗੱਲ ਕੀਤੀ। ਕਹਿਣ ਲੱਗੇ ਇਹਨਾਂ ਪੰਜਾਂ ਨੂੰ ਮਾਰ ਕੇ, ਪਾਂਚੋਂ ਲੜਕੇ ਮਾਰ ਕੇ ਰਹਿ ਰਾਮ ਲਿਵ ਲਾਏ। ਰਾਮ ਦੇ ਨਾਲ, ਪਰਮਾਤਮਾ ਦੇ ਨਾਲ ਲਿਵ ਲਾ ਲਈ। ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ। ਕਹਿਣ ਲੱਗੇ ਐਸਾ ਵੀ ਕੋਈ ਇਸ ਸੰਸਾਰ ਤੇ ਨਹੀਂ ਹੈ ਜਿਹੜਾ ਇਸ ਤਨ ਨੂੰ ਫੂਕ ਦੇਵੇ। ਫੂਕ ਤੋਂ ਭਾਵ ਸਾੜ ਦੇਵੇ, ਸਵਾਹ ਕਰ ਦੇਵੇ। ਕਿਉਂਕਿ ਦੋ ਸਰੀਰ ਨੇ, ਇੱਕ ਸੂਖਮ ਹੈ ਤੇ ਇੱਕ ਅਸਥੂਲ ਹੈ। ਬਹੁਤਾਤ ਵਿੱਚ ਆਪਾਂ ਅਸਥੂਲ ਸਰੀਰ ਨੂੰ ਪਿਆਰ ਕਰਦੇ ਹਾਂ। ਕੇਵਲ ਪਿਆਰ ਹੀ ਨਹੀਂ, ਅਸੀਂ ਇਸ ਸਰੀਰ ਦੇ ਨਾਲ ਮੋਹ ਕਰਦੇ ਹਾਂ। ਮੋਹ ਦੀਆਂ ਤੰਦਾਂ ਜਦੋਂ ਵੱਧ ਜਾਂਦੀਆਂ ਨੇ, ਇਹ ਜਿਹੜਾ ਸਰੀਰ ਪੁੱਤਰ ਰੂਪ ਦੇ ਵਿੱਚ, ਪਿਤਾ ਮਾਤਾ ਪਤਨੀ ਰੂਪ ਦੇ ਵਿੱਚ ਜਦੋਂ ਸਰੀਰਾਂ ਦੇ ਮੋਹ ਬਣ ਜਾਂਦੇ ਨੇ, ਤੇ ਜਦੋਂ ਉਹ ਵਿਜੋਗ ਹੁੰਦਾ ਹੈ, ਸਰੀਰ ਦਾ ਵਿਛੋੜਾ ਹੁੰਦਾ ਹੈ, ਉਦੋਂ ਅਸੀਂ ਦੁਖੀ ਹੁੰਦੇ ਹਾਂ। ਕਹਿਣ ਲੱਗੇ ਇਹ ਜਿਹੜਾ ਮੋਹ ਹੈ ਇਹ ਸੰਸਾਰੀ ਲੋਕਾਂ ਦਾ ਹੈ, ਤੇ ਇਸ ਨੂੰ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੈ ਫੂਕ। ਇਸ ਸੰਸਾਰਕ ਪਾਸਿਓਂ ਇਹ ਜਿਹੜਾ ਮੋਹ ਹੈ ਜਿਨ੍ਹਾਂ ਨੇ ਫੂਕ ਦਿੱਤਾ, ਇਸ ਸੰਸਾਰ ਤੇ ਇਸ ਪੰਜ ਤੱਤਾਂ ਦੇ ਬਣੇ ਹੋਏ ਅਸਥੂਲ ਸਰੀਰ ਨੂੰ ਜਿਨ੍ਹਾਂ ਨੇ ਆਪਣਾ ਸਰੀਰ, ਜਿਹੜਾ ਅਸਲੀ ਸਰੀਰ, ਅਸਲੀ ਸਰੂਪ ਜੋ ਹੈ ਸੂਖਮ ਸਰੀਰ, ਜਿਸ ਨੂੰ ਅੰਤਸ਼ਕਰਨ ਕਿਹਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ,
ਆਪਣੇ ਮੂਲ ਨੂੰ ਪਛਾਣ ਲਿਆ। ਪਰ ਇਸ ਸਰੀਰ ਨੂੰ ਜਿਨ੍ਹਾਂ ਨੇ ਸਾੜ ਦਿੱਤਾ, ਜਿਨ੍ਹਾਂ ਨੇ ਝੂਠਾ ਸਮਝਿਆ ਹੋਇਆ ਹੈ, ਇਹ ਸਮਝਿਆ ਹੋਇਆ ਕਿ ਇਹ ਸਰੀਰ ਤੇ ਨਾਸ਼ਵਾਨ ਹੈ, ਇਸ ਨੇ ਨਾਲ ਨਹੀਂ ਜਾਣਾ, ਇਹਦੇ ਨਾਲ ਕੀਤਾ ਹੋਇਆ ਜਿਹੜਾ ਮੋਹ ਹੈ ਉਹ ਝੂਠਾ ਹੈ। ਕਹਿਣ ਲੱਗੇ ਕੋਈ ਵਿਰਲਾ ਹੈ। ਅੰਧਾ ਲੋਗ ਨ ਜਾਣਈ ਰਹਿਓ ਕਬੀਰਾ ਕੂਕ। ਕਬੀਰ ਸਾਹਿਬ ਕਹਿਣ ਲੱਗੇ ਅਸੀਂ ਤੇ ਭਾਈ ਪੁਕਾਰਾਂ ਕਰ ਕਰਕੇ, ਰੌਲਾ ਪਾ ਪਾ ਕੇ ਸਭਨਾਂ ਨੂੰ ਸਮਝਾਇਆ ਕਿ ਇਹ ਜਿਹੜਾ ਸਰੀਰ ਦਾ ਮੋਹ ਹੈ ਇਹ ਝੂਠਾ ਹੈ। ਪਰ ਕਹਿਣ ਲੱਗੇ ਲੋਕ ਅਗਿਆਨਤਾ ਦੀ ਨੀਂਦ ਵਿੱਚ ਇਸ ਤਰ੍ਹਾਂ ਸੁੱਤੇ ਪਏ ਨੇ ਕਿ ਕੋਈ ਸੁਣਦਾ ਤੱਕ ਹੀ ਨਹੀਂ। ਅੰਧਾ ਲੋਕ ਨਾ ਜਾਣਈ, ਕਿੰਨਾ ਕਰੜਾ ਸ਼ਬਦ ਭਗਤ ਕਬੀਰ ਸਾਹਿਬ ਨੇ ਵਰਤਿਆ ਕਿ ਲੋਕਾਂ ਦੇ ਜਿਹੜੇ ਮਨ ਤੇ ਬੁੱਧ ਰੂਪ ਨੇਤਰ ਨੇ, ਜਿਹੜੇ ਗਿਆਨ ਦੇ ਜਿਹੜੇ ਨੇਤਰ ਨੇ ਉਹ ਹਾਲੇ ਖੁੱਲ੍ਹੇ ਨਹੀਂ, ਉਹਨਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਉਹਨਾਂ ਦੇ ਅੰਦਰ ਗਿਆਨ ਦਾ ਸੁਰਮਾ ਨਹੀਂ ਗਿਆ। ਤੇ ਜਿੰਨਾ ਸਮਾਂ ਗਿਆਨ ਦਾ ਸੁਰਮਾ ਇਹਨਾਂ ਨੇਤਰਾਂ ਦੇ ਵਿੱਚ ਨਹੀਂ ਪਵੇਗਾ, ਉਹਨਾਂ ਸਮਾਂ ਇਹਨਾਂ ਦੇ ਅੰਦਰੋਂ ਅੰਧਕਾਰ ਰੂਪੀ ਜਿਹੜਾ ਜਾਲਾ ਹੈ ਉਹ ਦੂਰ ਨਹੀਂ ਹੋਵੇਗਾ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਕਹਿਣ ਲੱਗੇ ਜਦੋਂ ਗਿਆਨ ਦਾ ਸੁਰਮਾ ਇਹਨਾਂ ਨੇਤਰਾਂ ਦੇ ਵਿੱਚ ਪੈਂਦਾ ਹੈ, ਉਦੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਦੋਂ ਗੁਰੂ ਦੀ ਕਿਰਪਾ ਦੇ ਨਾਲ ਸਭ ਪਾਸੇ ਪ੍ਰਕਾਸ਼ ਹੋ ਜਾਂਦਾ ਹੈ। ਕਹਿਣ ਲੱਗੇ ਅੰਧਾ ਲੋਗ ਨਾ ਜਾਣਈ ਰਹਿਓ ਕਬੀਰਾ ਕੂਕ। ਕਬੀਰ ਸਾਹਿਬ ਕਹਿੰਦੇ ਅਸੀਂ ਭਾਈ ਰੌਲਾ ਪਾਉਂਦੇ ਰਹਿ ਗਏ ਪਰ ਲੋਕ ਨਹੀਂ ਸਮਝ ਰਹੇ। ਕਬੀਰ ਸਤੀ ਪੁਕਾਰ ਚਿਹ ਚੜੀ ਸੁਨ ਹੋ ਵੀਰ ਮਸਾਨ। ਉਸ ਵੇਲੇ ਜਦੋਂ ਭਗਤ ਕਬੀਰ ਸਾਹਿਬ ਦਾ ਸਮਾਂ ਸੀ, ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਜੀ, ਗੁਰੂ ਨਾਨਕ ਸਾਹਿਬ ਇੱਕੋ ਹੀ ਸਮਾਂ ਲਗਭਗ ਸੀ। 15ਵੀਂ ਸਦੀ ਦਾ ਉਹ ਦੌਰ। ਉਹਨਾਂ ਸਮਿਆਂ ਦੇ ਵਿੱਚ ਜੇ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਵੇ ਤੇ ਉਸ ਪਤਨੀ ਨੂੰ ਵੀ ਬਾਹਮਣ ਲੋਕ ਇਸ ਤਰ੍ਹਾਂ ਪ੍ਰੇਰਦੇ, ਇਸ ਤਰ੍ਹਾਂ ਦੀ ਸਿੱਖਿਆ ਦਿੰਦੇ ਕਿ ਜੇ ਤੂੰ ਚਾਹੁੰਦੀ ਹੈ ਕਿ ਤੈਨੂੰ ਮੁਕਤੀ ਮਿਲੇ ਤੇ ਤੂੰ ਆਪਣੇ ਪਤੀ ਦੇ ਨਾਲ ਹੀ ਸਤੀ ਹੋ। ਉਹ ਭਾਵੇਂ ਧੱਕੇ ਦੇ ਨਾਲ ਉਹਦਾ ਮਨ ਮੰਨੇ ਜਾਂ ਨਾ ਮੰਨੇ, ਉਸੇ ਹੀ ਚਿਖਾ 'ਤੇ ਉਸ ਬੀਬੀ ਨੂੰ ਵੀ ਨਾਲ ਹੀ ਸਤੀ ਕਰ ਦਿੱਤਾ ਜਾਂਦਾ, ਨਾਲ ਹੀ ਸਾੜ ਦਿੱਤਾ ਜਾਂਦਾ। ਉਹ ਦੌਰ ਚੱਲਦਾ ਰਿਹਾ। ਤੀਸਰੇ ਪਾਤਸ਼ਾਹ ਮਹਾਰਾਜ ਜੀ ਵੇਲੇ ਜਦੋਂ ਪਾਤਸ਼ਾਹ ਨੇ ਦੇਖਿਆ ਕਿ ਇਹ ਬਹੁਤ ਮਾੜੀ ਪਿਰਤ ਹੈ ਸੰਸਾਰ ਦੇ ਵਿੱਚ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਅਕਬਰ ਨੂੰ ਕਹਿ ਕਰਕੇ ਸਤੀ ਪ੍ਰਥਾ ਨੂੰ ਖਤਮ ਕੀਤਾ ਸੀ। ਅਕਬਰ ਦੇ 22 ਰਾਜ ਸੀ, ਉਸ ਵੇਲੇ 22 ਸੂਬੇ ਸੀ। ਤੇ ਜਦੋਂ ਇਹਨਾਂ 22 ਸੂਬਿਆਂ ਵਿੱਚ ਅਕਬਰ ਨੇ ਆਪਣਾ ਹੁਕਮ ਦੇ ਦਿੱਤਾ ਕਿ ਅੱਜ ਤੋਂ ਬਾਅਦ ਕਿਸੇ ਨੂੰ ਵੀ ਧੱਕੇ ਦੇ ਨਾਲ ਸਤੀ ਨਾ ਕੀਤਾ ਜਾਵੇ, ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉਸ ਤੋਂ ਬਾਅਦ 22 ਮੰਜੀਆਂ ਸਥਾਪਿਤ ਕੀਤੀਆਂ। ਮੰਜੀਆਂ ਤੋਂ ਭਾਵ 22 ਪ੍ਰਚਾਰਕ। ਉਹ 22 ਪ੍ਰਚਾਰਕ ਫਿਰ ਉਹਨਾਂ 22 ਸੂਬਿਆਂ ਦੇ ਵਿੱਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਇੰਨੇ ਕੁ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ਕੀਤਾ ਕਿ ਇਸ ਰਸਮ ਨੂੰ ਜਦੋਂ ਅਕਬਰ ਨੇ ਹੁਕਮ ਦੇ ਕੇ ਬੰਦ ਕਰਾਇਆ ਤੇ ਫਿਰ ਇਹਨੂੰ ਪੱਕੇ ਤੌਰ 'ਤੇ ਵੀ ਸੰਸਾਰ ਦੀ ਇਹ ਭੈੜੀ ਅਲਾਮਤ ਨੂੰ ਦੂਰ ਕਰਨਾ ਸੀ, ਉਹਨਾਂ ਪ੍ਰਚਾਰਕਾਂ ਨੇ ਪ੍ਰਚਾਰ ਕਰਕੇ ਦੂਰ ਕੀਤਾ। ਕਬੀਰ ਸਾਹਿਬ ਦੇ ਸਮੇਂ ਘਟਨਾ ਵਾਪਰੀ, ਪਿੱਛੇ ਵੀ ਆਪਾਂ ਪੜ੍ਹ ਕੇ ਆਏ, ਜੇਕਰ ਆਏ ਕਿ ਜੇ ਕੋਈ ਪ੍ਰਾਣੀ ਚੜ੍ਹਾਈ ਕਰਦਾ ਤੇ ਕਬੀਰ ਸਾਹਿਬ ਸ਼ਮਸ਼ਾਨ ਘਾਟ ਵਿੱਚ ਜ਼ਰੂਰ ਜਾਂਦੇ। ਤੇ ਇੱਕ ਦਿਨ ਇੱਕ ਸਤੀ ਨੂੰ ਇਸ ਤਰ੍ਹਾਂ ਸਤੀ ਕਰਨ ਲੱਗੇ ਤੇ ਉਸ ਵਾਰਤਾ ਨੂੰ ਕਬੀਰ ਸਾਹਿਬ ਜੀ ਨੇ ਸ਼ਲੋਕਾਂ ਦੇ ਵਿੱਚ ਅੰਕਿਤ ਕੀਤਾ। ਲੋਕਾਂ ਨੇ ਪੁੱਛਿਆ, ਇੱਕ ਸਤੀ ਹੋਣ ਜਾ ਰਹੀ ਬੀਬੀ ਜਦੋਂ ਚਿਖਾ ਦੇ ਉੱਪਰ ਚੜ੍ਹਨ ਲੱਗੀ ਤੇ ਉਹਦੇ ਕੁਝ ਬੋਲ ਸਨ, ਉਹ ਬੋਲ ਲੋਕਾਂ ਨੂੰ ਸਮਝ ਨਹੀਂ ਲੱਗੇ ਤੇ ਉਹ ਕਬੀਰ ਸਾਹਿਬ ਨੂੰ ਕਹਿਣ ਲੱਗੇ, ਇਹ ਤੁਹਾਨੂੰ ਪਤਾ ਹੋਵੇਗਾ ਕਿ ਇਸ ਬੀਬੀ ਨੇ ਕੀ ਕਿਹਾ, ਸਾਨੂੰ ਵੀ ਸਮਝਾਓ। ਤੇ ਕਬੀਰ ਸਾਹਿਬ ਕਹਿਣ ਲੱਗੇ, ਸਤੀ ਪੁਕਾਰ ਚਿਹ ਚੜੀ ਸੁਨ ਹੋ ਬੀਰ ਮਸਾਨ। ਬੀਰ ਮਸਾਨ ਕਹਿਣ ਲੱਗੇ, ਸਤੀ ਇਹ ਕਹਿੰਦੀ ਹੈ ਚਿਖਾ 'ਤੇ ਚੜ੍ਹਨ ਲੱਗਿਆਂ ਉਹ ਤੁਹਾਡਾ ਤਮਾਸ਼ਾ ਉਹਨਾਂ ਨੇ ਵੇਖਿਆ, ਤੁਸੀਂ ਕਿੰਨੇ ਜ਼ਿਆਦੇ ਹੋ, ਕਿੰਨੇ ਜਾਣੇ ਇਸ ਸੰਸਕਾਰ ਦੇ ਵਿੱਚ ਆਏ, ਪਰ
ਕਿਸੇ ਨੇ ਵੀ ਇਸ ਜਿਉਂਦੀ ਹੋਈ ਜੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹਨੇ ਆਪਣਾ ਨਾਤਾ ਤੁਹਾਡੇ ਨਾਲੋਂ ਤੋੜ ਲਿਆ। ਨੂੰ ਪਤਾ ਕਿਸੇ ਨੇ ਮੇਰੀ ਸਹਾਇਤਾ ਨਹੀਂ ਕਰਨੀ। ਉਹ ਸੁਣ ਹੋ ਵੀਰ ਮਸਾਨ, ਮਸਾਨ ਦਾ ਅਰਥ ਹੈ ਮੜੀਆਂ, ਮੜੀਆਂ ਦੇ ਵਿੱਚ ਰਹਿਣ ਵਾਲੇ ਉਹ ਜੀਵ, ਗੁਪਤ ਸ਼ਕਤੀਆਂ। ਕਿਉਂਕਿ ਉਹਨੇ ਇਹ ਸਮਝ ਲਿਆ ਕਿ ਮੈਂ ਹੁਣ ਪੱਕੇ ਤੌਰ 'ਤੇ ਤੁਹਾਡੇ ਕੋਲ ਰਹਿਣਾ ਹੈ। ਜਿਹੜੇ ਮੇਰੇ ਸਕੇ ਸੰਬੰਧੀ ਨੇ, ਮੇਰੇ ਮਿੱਤਰ ਨੇ, ਮੇਰੇ ਨਾਲ ਰਹਿਣ ਵਾਲੇ ਨੇ, ਉਹਨਾਂ ਦਾ ਤੇ ਮੇਰਾ ਸੰਬੰਧ ਇੰਨਾ ਕੁ ਸੀ ਕਿ ਅੱਜ ਇੱਥੋਂ ਤੱਕ ਉਹ ਮੇਰੇ ਨਾਲ ਆਏ ਨੇ, ਪਰ ਹੁਣ ਮੈਨੂੰ ਇੱਥੇ ਚਿਖਾ ਦੇ ਉੱਪਰ ਸਤੀ ਕੀਤਾ ਜਾ ਰਿਹਾ। ਕਿਸੇ ਨੇ ਮੈਨੂੰ ਬਚਾਉਣਾ ਨਹੀਂ, ਮੇਰੀ ਰੱਖਿਆ ਕੇਵਲ ਹੁਣ ਤੁਸੀਂ ਕਰਨੀ, ਕਿਉਂਕਿ ਹੁਣ ਮੈਂ ਸਤੀ ਹੋਣ ਤੋਂ ਬਾਅਦ ਤੁਹਾਡੇ ਕੋਲ ਹੀ ਰਹਿਣਾ ਹੈ। ਇਉਂ ਕਬੀਰ ਸਾਹਿਬ ਕਹਿ ਰਹੇ ਨੇ ਸਤੀ ਪੁਕਾਰੈ। ਉਹ ਸਤੀ ਪੁਕਾਰਾਂ ਕਰਕੇ ਕਹਿ ਰਹੀ ਹੈ ਚਿਹ ਚੜੀ, ਚਿਹ ਦਾ ਅਰਥ ਹੈ ਚਿਖਾ, ਚੜੀ, ਚਿਖਾ ਤੇ ਚੜ੍ਹਦਿਆਂ ਹੋਇਆਂ ਸੁਣ ਹੋ ਵੀਰ ਮਸਾਨ। ਜਿਹੜੀਆਂ ਗੁਪਤ ਸ਼ਕਤੀਆਂ, ਗੁਪਤ ਵੀਰ ਨੇ, ਉਹ ਸੁਣੋ। ਲੋਗ ਸਬਾਇਆ ਚੱਲ ਗਇਓ ਹਮ ਤੁਮ ਕਾਮ ਨਿਦਾਨ। ਕਹਿਣ ਲੱਗੇ ਲੋਕ ਸਬਾਇਆ ਚੱਲ ਗਇਓ ਹਮ ਤੁਮ, ਹਮਤਾ ਤੇ ਤੁਮਤਾ, ਮੈਂ ਤੂੰ। ਕਿਉਂਕਿ ਇੰਨਾ ਕੁ ਸੰਬੰਧ ਸੰਸਾਰ ਦਾ ਹੈ। ਹਰ ਬੰਦਾ ਕਹਿ ਰਿਹਾ ਮੇਰਾ ਹੈ, ਆ ਤੇਰਾ ਹੈ। ਲੋਕ ਸਬਾਇਆ ਚੱਲ ਗਇਓ, ਸਬਾਇਆ ਦਾ ਅਰਥ ਪਤਾ ਹੀ ਨਹੀਂ ਕਿੰਨੇ ਕੋ ਆਏ, ਕਿੰਨੇ ਕੋ ਚਲੇ ਗਏ। ਮੈਂ ਮੇਰੀ ਕਰਦੇ, ਹਮ ਤੁਮ ਕਾਮ ਨਿਦਾਨ। ਇਉਂ ਕਹਿਣ ਲੱਗੇ ਸੰਸਾਰ ਦੀ ਕੁੱਲ ਖਲਕਤ ਜਿੰਨੇ ਆਏ ਉਹ ਚਲੇ ਗਏ, ਪਰ ਹੇ ਵੀਰ ਮੇਰਾ ਹੁਣ ਕੰਮ ਤੁਹਾਡੇ ਤੱਕ ਹੈ, ਕਿਉਂਕਿ ਮੈਂ ਸਤੀ ਹੋ ਜਾਣਾ ਹੈ ਤੇ ਮੇਰਾ ਵਾਸਾ ਹੁਣ ਇੱਥੇ ਹੋ ਜਾਣਾ ਹੈ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿਦ ਸਜਾਏ। ਹੁਣ ਕਬੀਰ ਸਾਹਿਬ ਜੀ ਸਾਡੇ ਮਨ ਦੇ ਬਾਬਤ ਸਿੱਖਿਆ ਦੇ ਰਹੇ ਨੇ। ਕਹਿਣ ਲੱਗੇ ਦੇਖੋ ਭਾਈ, ਇਹ ਜਿਹੜਾ ਮਨ ਹੈ ਇਹ ਇੱਕ ਖਿੰਨ ਮਾਤਰ ਸਮੇਂ ਦੇ ਵਿੱਚ ਪਤਾ ਹੀ ਨਹੀਂ ਉੱਡ ਕੇ ਕਿੱਧਰ ਨੂੰ ਚਲਿਆ ਜਾਵੇ। ਆਪਾਂ ਇੱਥੇ ਬੈਠੇ ਹਾਂ, ਇੱਕ ਛਿਨ ਮਾਤਰ ਸਮੇਂ ਦੇ ਵਿੱਚ ਇਹ ਪੰਜਾਬ ਦੀ ਧਰਤੀ 'ਤੇ ਪਹੁੰਚ ਜਾਂਦਾ ਹੈ। ਇੱਕ ਛਿਨ ਮਾਤਰ ਸਮੇਂ ਦੇ ਵਿੱਚ ਇਹ ਪਤਾ ਹੀ ਨਹੀਂ ਕਿੱਥੇ ਕਿੱਥੇ ਦੂਰੀ ਤੈਅ ਕਰ ਜਾਂਦਾ ਹੈ। ਪੰਛੀ ਤੋਂ ਵੀ ਤੇਜ਼ ਇਹਦੀ ਸਪੀਡ ਹੈ। ਮਨ ਪੰਖੀ ਭਇਓ, ਇਹ ਮਨ, ਇਹੋ ਮਨ ਉੱਡਣ ਪੰਖੇਰੂ ਬਨ ਕਾ। ਕਬੀਰ ਸਾਹਿਬ ਵੀ ਉਚਾਰਨ ਕਰਦੇ ਨੇ ਕਿ ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਪੰਛੀ ਉੱਡਦੇ ਨੇ, ਉਸੇ ਤਰ੍ਹਾਂ ਇਹ ਮਨ ਹੈ। ਉੱਡ ਉੱਡ ਦਹਿ ਦਿਸ ਜਾਏ, ਦਸਾਂ ਦਿਸ਼ਾਵਾਂ ਦੇ ਵਿੱਚ ਭੱਜਿਆ ਫਿਰਦਾ ਹੈ, ਰੁਕਦਾ ਨਹੀਂ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਕਹਿਣ ਲੱਗੇ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਹੁਣ ਇਹ ਮਨ ਭੱਜਿਆ ਫਿਰਦਾ ਹੈ, ਤੇ ਜੇਕਰ ਇਹ ਮਨ ਚੰਗੀ ਸੰਗਤ ਵਿੱਚ ਚਲਿਆ ਜਾਵੇ ਤੇ ਇਹਨੂੰ ਚੰਗਾ ਫਲ ਪ੍ਰਾਪਤ ਹੋਵੇਗਾ। ਜੇ ਇਹ ਮਨ ਮਾੜਿਆਂ ਦੀ ਸੰਗਤ ਵਿੱਚ, ਕਿਉਂਕਿ ਪਹਿਲਾਂ ਸਾਡਾ ਮਨ ਫੈਸਲਾ ਕਰਦਾ ਹੈ, ਫਿਰ ਸਾਡਾ ਸਰੀਰ ਉਧਰ ਨੂੰ ਚੱਲਦਾ ਹੈ, ਤੇ ਜੇ ਮਨ ਨੇ ਚੰਗਾ ਫੈਸਲਾ ਲੈ ਲਿਆ ਤੇ ਫਿਰ ਇਹ ਸਰੀਰ ਵੀ ਚੰਗੇ ਪਾਸੇ ਚਲੇਗਾ। ਜੇ ਮਨ ਨੇ ਮਾੜਾ ਫੈਸਲਾ ਲੈ ਲਿਆ ਤੇ ਇਹ ਜਿਹੜਾ ਸਰੀਰ ਵੀ ਮਾੜੇ ਕਰਮਾਂ ਵੱਲ ਭੱਜੇਗਾ। ਜਿਸ ਤਰ੍ਹਾਂ ਇੱਕ ਛੋਟੀ ਜੀ ਸਾਖੀ ਆਉਂਦੀ ਹੈ। ਇੱਕ ਵਾਰ ਦੋ ਤੋਤੇ ਸਨ। ਇੱਕ ਤੋਤਾ ਸਾਧੂ ਦੇ ਪਿੰਜਰੇ ਵਿੱਚੋਂ ਉੱਡ ਕਰਕੇ ਚਲਿਆ ਗਿਆ, ਕਿਸੇ ਚੋਰਾਂ ਦੇ ਹੱਥ ਲੱਗ ਗਿਆ। ਹੁਣ ਜਿਹੜਾ ਤੇ ਤੋਤਾ ਸਾਧੂ ਦੇ ਕੋਲ ਸੀ, ਸਾਧੂਆਂ ਦਾ ਨਿਮਰ ਸੁਭਾਅ, ਕੋਈ ਵੀ ਆਸ਼ਰਮ ਵਿੱਚ ਚੱਲ ਕੇ ਆਇਆ ਕਰੇ ਤੇ ਸਿੱਖਿਆ ਇਹੋ ਹੀ ਕਿ ਆਓ ਜੀ ਆਇਆਂ ਨੂੰ, ਪ੍ਰਸ਼ਾਦਾ ਪਾਣੀ ਛਕੋ, ਵਾਹਿਗੁਰੂ ਦਾ ਨਾਮ ਜਪਿਆ ਕਰੋ, ਸੇਵਾ ਸਿਮਰਨ ਕਰੋ। ਪਰ ਦੂਜਾ ਤੋਤਾ ਜੋ ਚੋਰਾਂ ਦੇ ਹਵਾਲੇ ਸੀ, ਉਹਦੇ ਕਿਉਂਕਿ ਜੈਸੀ ਸੰਗਤ ਮਿਲਣੀ ਹੈ ਉਹੋ ਜਿਹਾ ਫਲ ਪ੍ਰਾਪਤ ਹੋਣਾ ਹੈ। ਉਹ ਤੋਤੇ ਦੇ ਮੁਖੋਂ ਬੋਲੇ ਹੋਈ ਆ ਗਏ, ਲੁੱਟ ਲਓ, ਮਾਰ ਲਓ, ਚੱਕ ਲਓ, ਫੜ ਲਓ। ਕਿਉਂਕਿ ਜਿਸ ਤਰ੍ਹਾਂ ਦੀ ਸੰਗਤ। ਇੱਕ ਹੋਰ ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਅੱਗੇ ਉਚਾਰਨ ਕਰਨਗੇ, ਕੇਲੇ ਤੇ ਬੇਰੀ ਦਾ ਸੰਵਾਦ ਦੱਸਿਆ ਗਿਆ। ਕਬੀਰ ਸਾਹਿਬ ਦੇ ਨੇਤਰ ਬੰਦ ਭਗਤੀ ਕਰ ਰਹੇ ਨੇ, ਹਵਾ ਚੱਲ ਰਹੀ ਹੈ ਬੜੀ ਸੁੰਦਰ, ਤੇ ਜਦੋਂ ਦੇਖਿਆ ਕਿ ਕੇਲਾ ਜਿਹੜਾ ਹੈ ਹਵਾ ਦੇ ਨਾਲ ਜਦੋਂ ਚੱਲਦੀ ਹੈ ਝੁੱਲਿਆ, ਤੇ ਕਬੀਰ ਸਾਹਿਬ ਨੂੰ ਇੰਜ ਲੱਗਾ ਕਿ ਬੇਰੀ ਦੇ ਬੜੇ ਸੋਹਣੇ ਸੋਹਣੇ ਮਿੱਠੇ ਮਿੱਠੇ ਬੇਰ ਲੱਗੇ ਨੇ, ਤੇ ਕੇਲਾ ਇਹ ਸੋਚ ਕੇ ਉਹਨੂੰ ਹਵਾ ਝੱਲ ਰਿਹਾ ਹੈ ਕਿ ਤੇਰੇ ਬੇਰ ਬੜੇ ਮਿੱਠੇ, ਮੈਂ ਤੈਨੂੰ ਹਵਾ ਝੱਲਦਾ।
ਕਬੀਰ ਸਾਹਿਬ ਦੇ ਨੇਤਰ ਮੂੰਦੇ ਗਏ, ਫਿਰ ਭਗਤੀ ਵਿੱਚ ਲੀਨ ਹੋਏ। ਅਗਲੇ ਪਲ ਜਦੋਂ ਉਹਨਾਂ ਦੇ ਨੇਤਰ ਖੁੱਲੇ, ਹਵਾ ਦਾ ਬੁੱਲਾ ਤੇਜ਼ ਆਇਆ, ਬੇਰੀ ਦੇ ਕੰਡਿਆਂ ਨੇ ਕੇਲੇ ਨੂੰ ਲੀਰੋ ਲੀਰ ਕਰ ਦਿੱਤਾ। ਕਹਿਣ ਲੱਗੇ ਇਹ ਸੰਗਤ ਦਾ ਫਲ ਹੈ। ਕੇਲੇ ਦੇ ਵਿੱਚ ਅਛਿਆਈ ਸੀ, ਚੰਗੇ ਗੁਣ ਸਨ। ਉਹ ਬੇਰੀ ਦੇ ਕੋਲ ਹੈ, ਬੇਰੀ ਨੂੰ ਹਵਾ ਦੇ ਰਿਹਾ ਹੈ, ਪਰ ਬੇਰੀ ਜਿਹੜੀ ਹੈ ਉਹਦੇ ਵਿੱਚ ਕੰਡੇ ਹੈ, ਔਗਣਾ ਦੇ ਨਿਆਈ ਹੈ। ਉਹਨੇ ਕੇਲੇ ਦੇ ਜਿਹੜੇ ਪੱਤਿਆਂ ਨੂੰ ਲੀਰੋ ਲੀਰ ਕਰ ਦਿੱਤਾ। ਕਹਿਣ ਲੱਗੇ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਹੁਣ ਕੇਲੇ ਨੂੰ ਸੰਗਤ ਬੇਰੀ ਦੀ ਮਿਲੀ ਤੇ ਆਪਣਾ ਆਪ ਉਹਨੇ ਲਹੂ ਲੋਹਾਨ ਕਰ ਲਿਆ, ਆਪਣਾ ਆਪ ਲੀਰੋ ਲੀਰ ਕਰ ਲਿਆ। ਇਸੇ ਤਰ੍ਹਾਂ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਹ ਜਿਹੜਾ ਮਨ ਪੰਖੀ ਹੈ, ਪੰਖੀ ਦੀ ਨਿਆਈ ਉੱਡਦਾ ਫਿਰਦਾ ਹੈ, ਟਿਕਦਾ ਨਹੀਂ। ਜਿਸ ਤਰ੍ਹਾਂ ਦੀ ਸੰਗਤ ਵਿੱਚ ਇਹ ਜਾਏਗਾ ਉਹੋ ਜਿਹਾ ਫਲ ਇਹਨੂੰ ਪ੍ਰਾਪਤ ਹੋਏਗਾ। ਕਬੀਰ ਜਾਕੋ ਖੋਜਤੇ ਪਾਇਓ ਸੋਈ ਠੌਰ। ਕਹਿਣ ਲੱਗੇ ਜਿਸ ਵਾਹਿਗੁਰੂ ਨੂੰ ਲੱਭਦੇ ਫਿਰਦੇ ਸਾਂ, ਖੋਜਦੇ ਫਿਰਦੇ ਸਾਂ, ਹੁਣ ਉਹ ਸਮਾਂ ਬਣ ਗਿਆ, ਉਹ ਟਿਕਾਣਾ ਸਾਨੂੰ ਮਿਲ ਗਿਆ ਕਿ ਉਹ ਵਾਹਿਗੁਰੂ ਕਿੱਥੇ ਹੈ। ਸੋਈ ਫਿਰ ਕੇ ਤੂੰ ਪਿਆ ਜਾਕੋ ਕਹਿਤਾ ਔਰ। ਕਹਿਣ ਲੱਗੇ ਜਿਹਨੂੰ ਤੂੰ ਕਹਿੰਦਾ ਸੀ ਹੋਰ ਹੈ, ਭਾਵ ਜੀਵ ਤੇ ਈਸ਼ ਦਾ ਜਿਹੜਾ ਫਰਕ ਹੈ, ਜੀਵ ਦੀ ਅਗਿਆਨਤਾ, ਈਸ਼ ਦਾ ਜੋ ਸਰਬੱਗਤਾ ਹੈ, ਉਹ ਬ੍ਰਹਮ ਰੂਪ ਹੈ। ਇਹਦੇ ਵਿਚਲਾ ਜਿਹੜਾ ਫਰਕ ਸੀ ਕਿ ਉਹ ਵਾਹਿਗੁਰੂ ਸਰਬੱਗ ਹੈ, ਜੀਵ ਅਲਪੱਗ ਹੈ। ਇਹ ਜਿਹੜਾ ਭੇਤ ਸੀ ਜਿੰਨਾ ਸਮਾਂ ਬਣਿਆ ਰਿਹਾ ਉਹਨਾਂ ਸਮਾਂ ਤੂੰ ਪ੍ਰਮਾਤਮਾ ਤੋਂ ਦੂਰ ਸੀ। ਹੁਣ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ। ਹੁਣ ਵਿੱਚੋਂ ਹੰਗਤਾ ਖਤਮ ਹੋ ਗਈ, ਕਿਉਂਕਿ ਪ੍ਰਮਾਤਮਾ ਦੀ ਜੋਤ ਹੋਣ ਕਰਕੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪ੍ਰਮਾਤਮਾ ਦੀ ਅੰਸ਼ ਹੋਣ ਕਰਕੇ ਹੁਣ ਇਸ ਗੱਲ ਦਾ ਆਭਾਸ ਹੋ ਗਿਆ ਕਿ ਮੈਂ ਤੇ ਹੁਣ ਤੱਕ ਬਿਨਾਂ ਵਜ੍ਹਾ ਹੀ ਆਪਣੀ ਹੰਗਤਾ ਦੇ ਵਿੱਚ ਫਿਰਦਾ ਰਿਹਾ। ਮੈਂ ਤੇ ਪ੍ਰਮਾਤਮਾ ਦਾ ਸਰੂਪ ਹਾਂ, ਅਹੰ ਬ੍ਰਹਮ ਅਸਮੀ, ਤੇ ਮੈਂ ਹੁਣ ਪ੍ਰਮਾਤਮਾ ਦਾ ਰੂਪ। ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਿਤਾ ਹੋਰ। ਔਰ ਜਿਹਨੂੰ ਕਹਿੰਦਾ ਸੀ ਹੋਰ ਹੈ, ਉਹ ਹੋਰ ਨਹੀਂ, ਉਹ ਤੇਰਾ ਹੀ ਸਰੂਪ ਹੈ, ਤੂੰ ਉਹਦਾ ਹੀ ਸਰੂਪ ਹੈ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਉਹ ਹਰ ਇੱਕ ਥਾਂ ਤੇ ਰਮਿਆ ਹੋਇਆ ਹੈ। ਕਬੀਰ ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਉਸ ਪਰਮਾਤਮਾ ਨੂੰ ਜਿਹਨੂੰ ਅਸੀਂ ਹੁਣ ਤੱਕ ਦੂਰ ਸਮਝਿਆ ਸੀ, ਕਿਉਂਕਿ ਜੀਵ ਦੀ ਅਗਿਆਨਤਾ ਤੇ ਪਰਮਾਤਮਾ ਦੀ ਜਿਹੜੀ ਸਰਬੱਗਤਾ ਹੈ, ਇਹਦੇ ਵਿਚਲਾ ਜਿਹੜਾ ਇੱਕ ਪਾੜਾ ਸੀ, ਉਸ ਪਾੜੇ ਕਰਕੇ, ਉਸ ਭੇਦ ਕਰਕੇ ਉਸ ਪਰਮਾਤਮਾ ਨੂੰ ਦੂਰ ਸਮਝਿਆ। ਪਰ ਉਹ ਦੂਰ ਨਹੀਂ, ਉਹ ਤੇ ਨੇੜੇ ਹੈ, ਬਿਲਕੁਲ ਨੇੜੇ ਹੈ, ਸਾਡੇ ਅੰਦਰ ਵੱਸਦਾ ਹੈ। ਹੁਣ ਅਸੀਂ ਉਸ ਨੂੰ ਪਛਾਣ ਲਿਆ ਹੈ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਤੋਂ ਖਿਮਾ। ਗੁਰੂ ਕੀ ਸੰਗਤ, ਗੁਰੂ ਮਹਾਰਾਜ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮੱਤ ਬਖਸ਼ਣੀ, ਸ੍ਰੇਸ਼ਟ ਮਤ ਬੁੱਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਬੀਰ ਜਾਕੋ ਖੋਜਤੇ ਪਾਇਓ ਸੋਈ ਠੌਰ। ਸੋਈ ਫਿਰ ਕੇ ਤੂੰ ਪਿਆ